ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਮਸਤੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਮੇਰੇ ਫਿਰ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਅੱਜ ਦੀ ਲੜੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ, ਉਹ ਹੈ 12ਵੀਂ ਕਲਾਸ ਦੀ ਕਵਿਤਾ ਜੰਗਲ ਦੇ ਵਿੱਚ ਰਾਤ ਪਈ ਹੈ, ਜਿਹੜੀ ਕਿ ਲਿਖੀ ਹੋਈ ਹੈ SS ਮੀਸ਼ਾ ਜੀ ਦੀ। ਇਸ ਕਵਿਤਾ ਵਿੱਚ ਕਵੀ ਨੇ ਵਰਤਮਾਨ ਸਮਾਜ ਵਿੱਚ ਇਨਸਾਨ ਦੀ ਜੋ ਹਾਲਤ ਹੈ, ਮਨੁੱਖ ਦੀ ਜੋ ਹਾਲਤ ਹੈ ਕਿ ਉਹ ਕਿਸੇ ਤੇ ਭਰੋਸਾ ਨਹੀਂ ਕਰਦਾ, ਇੱਕ ਦੂਸਰੇ ਤੇ ਐਤਬਾਰ ਨਹੀਂ, ਸਕੇ ਭੈਣ ਭਰਾ ਨੂੰ, ਸਕੇ ਰਿਸ਼ਤੇਦਾਰੀ 'ਚ ਐਤਬਾਰ ਨਹੀਂ ਹੈ, ਉਸ ਚੀਜ਼ ਨੂੰ ਦੱਸਣ ਲਈ ਜੰਗਲ ਦੇ ਵਿੱਚ ਰਾਤ ਦਾ ਜਿਹੜਾ ਸੀਨ ਹੈ ਉਸ ਨੂੰ ਪ੍ਰਤੀਕ ਵਜੋਂ ਵਰਤਿਆ। ਯਾਨੀ ਕਿ ਅੱਜ ਦੇ ਮਨੁੱਖ ਦੀ ਜੋ ਵੀ ਹਾਲਤ ਹੈ ਉਸ ਨੂੰ ਸਮਝਾਉਣ ਲਈ, ਉਸ ਨੂੰ ਚੰਗੀ ਤਰ੍ਹਾਂ ਉਦਾਹਰਨ ਸਹਿਤ ਸਮਝਾਉਣ ਲਈ ਕਵੀ ਨੇ ਜੰਗਲ ਦੇ ਵਿੱਚ ਇੱਕ ਰਾਤ ਦਾ ਸਮੇਂ ਹੈ ਅਤੇ ਉਸ ਵਿੱਚ ਇੱਕ ਜੇ ਕਾਫਿਲੇ ਦੇ ਲੋਕ, ਕੁਝ ਲੋਕ ਫਸ ਜਾਣੇ, ਗਰੁੱਪ ਫਸ ਜੇ, ਉਹਨਾਂ ਦੀ ਕੀ ਹਾਲਤ ਹੋਏਗੀ। ਰਾਤ ਦਾ ਸਮਾਂ, ਉਤੋਂ ਘਨਘੋਰ ਜਿਹੜਾ ਜੰਗਲ ਹੋਵੇ, ਉਹਦੇ ਵਿੱਚ ਕੀ ਹਾਲਤ ਹੋਏਗੀ, ਉਸ ਚੀਜ਼ ਦੀ ਇਸ ਚੀਜ਼ ਨੂੰ ਉਦਾਹਰਨ ਲਿਆ ਹੈ। ਦੱਸਣਾ ਕੀ ਹੈ, ਮਨੁੱਖ ਦੀ ਵਰਤਮਾਨ ਸਮਾਜ ਵਿੱਚ ਸਥਿਤੀ ਕੀ ਹੈ। ਸੋ ਜਦੋਂ ਤੁਸੀਂ ਕਵਿਤਾ ਪੜ੍ਹੋਗੇ ਤੁਹਾਨੂੰ ਹੋਰ ਚੰਗੀ ਤਰ੍ਹਾਂ ਇਹ ਸਮਝ ਆ ਜਾਏਗਾ। ਜੰਗਲ ਦੇ ਵਿੱਚ ਰਾਤ ਪਈ ਹੈ। ਸੋ ਜੰਗਲ ਦੇ ਵਿੱਚ ਰਾਤ ਪਈ ਕਵਿਤਾ ਦਾ ਅਧਿਐਨ ਕਰਾਂਗੇ। SS ਮੀਸ਼ਾ ਜੀ ਦੀ ਲਿਖੀ ਹੋਈ। ਪਹਿਲੇ ਪੈਰੇ ਦੀ ਪਹਿਲੀ ਲਾਈਨ 'ਚ ਕਹਿ ਰਹੇ ਨੇ, ਸ਼ੰਕਾ ਝਿਜਕ ਨਿਰਾਸ਼ਾ ਹਨੇਰਾ। ਸ਼ੰਕਾ ਮਤਲਬ ਸ਼ੱਕ, ਝਿਜਕ ਘਬਰਾਹਟ, ਨਿਰਾਸ਼ਾ ਮਨ 'ਚ ਉਦਾਸੀ, ਹਨੇਰਾ ਹਨੇਰਾ। ਅੱਜ ਕਾਫਲੇ ਵਾਲੇ ਕਿੰਜ ਉਪਰਾਮ ਜਹੇ ਨੇ। ਦੱਸਿਆ ਕਿ ਇੱਕ ਜੰਗਲ ਹੈ, ਜੰਗਲ ਦੇ ਵਿੱਚ ਇੱਕ ਕਾਫਿਲਾ ਚੱਲ ਰਿਹਾ ਹੈ, ਲੋਕਾਂ ਦਾ ਇੱਕ ਸਮੂਹ ਚੱਲ ਰਿਹਾ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਸ਼ੰਕਾ ਵੀ ਹੈ, ਸ਼ੱਕ ਵੀ ਹੈ, ਝਿਜਕ ਵੀ ਹੈ, ਘਬਰਾਹਟ ਵੀ ਹੈ, ਨਿਰਾਸ਼ ਵੀ ਨੇ ਅਤੇ ਹਨੇਰਾ ਵੀ ਹੈ ਜੰਗਲ ਦੇ ਵਿੱਚ। ਅਤੇ ਉਪਰਾਮ ਜਿਹੇ ਕਿ ਉਦਾਸ ਜਿਹੇ ਨੇ ਕਾਫਲੇ ਵਾਲੇ ਸਾਰੇ। ਸੀਨੇ ਖਿੱਚ ਕਿਸੇ ਮੰਜ਼ਿਲ ਦੀ, ਇਹਨਾਂ ਦੇ ਮਨ 'ਚ ਤਾਂ ਹੈਗਾ ਕਿ ਆਪਣਾ ਅਸੀਂ ਕਿਸੇ ਮੰਜ਼ਿਲ 'ਤੇ ਪਹੁੰਚਣਾ ਵਾ, ਅਸੀਂ ਜੰਗਲ 'ਚੋਂ ਬਾਹਰ ਨਿਕਲਾਂ, ਕਿਸੇ ਮੰਜ਼ਿਲ ਨੂੰ ਹਾਸਿਲ ਕਰਨਾ, ਪਰ ਦਿਲ ਵਿੱਚ ਕੋਈ ਪੁਕਾਰ ਨਹੀਂ, ਪਰ ਕੋਈ ਕਿਸੇ ਦੇ ਨਾਲ ਸਾਂਝ ਨਹੀਂ ਕਰਦਾ ਪਿਆ ਕਿ ਮੇਰੀ ਮੰਜ਼ਿਲ ਕੀ ਹੈ, ਮੈਂ ਕੀ ਸੋਚ ਰਿਹਾ, ਮੈਂ ਕਿੱਥੇ ਜਾਣਾ। ਕੋਈ ਕਿਸੇ ਨਾਲ ਗੱਲਬਾਤ ਨਹੀਂ ਕਰ ਰਿਹਾ। ਹੋਰ ਕਿਸੇ ਰਾਜਨ ਦਾ ਡਰ ਇੱਕ ਪਾਸੇ, ਆਪਸ ਵਿੱਚ ਇਤਬਾਰ ਨਹੀਂ ਕਿ ਇਹਨਾਂ ਨੂੰ ਹੋਰ ਜੰਗਲੀ ਡਾਕੂਆਂ ਜਾਂ ਜੰਗਲੀ ਜਾਨਵਰ ਦਾ ਤੇ ਡਰ ਜਿਹੜਾ ਹੈਗਾ ਹੀ ਆ ਕਿ ਜੰਗਲੀ ਜਾਨਵਰ ਵੀ ਆ ਸਕਦੇ, ਜੰਗਲ 'ਚ ਕੋਈ ਡਾਕੂ ਵੀ ਆ ਸਕਦਾ। ਇਹਨਾਂ ਨੂੰ ਕਾਫਲੇ ਵਾਲਿਆਂ ਨੂੰ ਤਾਂ ਆਪਸ 'ਚ ਵੀ ਇਤਬਾਰ ਨਹੀਂ ਹੈ। ਜੰਗਲ ਦੇ ਵਿੱਚ ਰਾਤ ਪਈ ਹੈ। ਅਸਲ ਵਿੱਚ ਨਾ ਉਹਨਾਂ ਕਵੀ ਨੇ ਨਾ ਅੱਜ ਕੱਲ੍ਹ ਦੇ ਲੋਕਾਂ ਦੀ ਹਾਲਤ ਦੱਸੀ ਕਿ ਉਸ ਕਾਫਲੇ ਵਾਲੀ ਹੈ ਜਿਸ ਨੂੰ ਜੰਗਲ ਦੇ ਵਿੱਚ ਰਾਤ ਪੈ ਗਈ ਅਤੇ ਕਾਫਲੇ ਵਾਲਿਆਂ ਨੂੰ ਆਪਸ ਵਿੱਚ ਇੱਕ ਦੂਸਰੇ 'ਤੇ ਇਤਬਾਰ ਨਹੀਂ। ਉਹ ਕਹੇਗਾ ਪਹਿਲਾਂ ਅੱਗੇ ਤੂੰ ਚੱਲ, ਕਹੇਗਾ ਪਹਿਲਾਂ ਤੂੰ ਚੱਲ। ਉਸੇ ਤਰ੍ਹਾਂ ਅੱਜ ਇਨਸਾਨ ਜਿਹੜੇ ਨੇ ਨਾ, ਇਹਨਾਂ ਨੂੰ ਆਪਸ 'ਚ ਸੰਗੇ ਦੋਸਤ ਹੋ ਜਾਣ, ਭੈਣ ਭਰਾ ਹੋ ਜਾਣ, ਆਪਸ ਵਿੱਚ ਇਤਬਾਰ ਨਹੀਂ। ਹਰ ਕੋਈ ਆਪਣੀ ਆਪਣੀ ਜ਼ਿੰਦਗੀ 'ਚ ਕੋਸ਼ਿਸ਼ ਕਰਨ 'ਤੇ ਲੱਗਾ, ਮੈਂ ਤਰੱਕੀ ਕਰ ਲਾਂ, ਮੈਂ ਕਿਤੇ ਉੱਚੀ ਪਹੁੰਚ 'ਤੇ ਪਹੁੰਚ ਜਾਵਾਂ, ਪਰ ਆਪਸ 'ਚ ਡਿਸਕਸ ਨਹੀਂ ਕਰਦੇ ਕਿ ਆਪਾਂ ਸਾਡੇ ਮਨ 'ਚ ਕੀ ਚੱਲ ਰਿਹਾ, ਆਪਾਂ ਕੀ ਕਰਨਾ ਚਾਹੁੰਦੇ ਹਾਂ। ਅਸੀਂ ਆਪਣਾ ਭੇਦ, ਆਪਣੀ ਖੁਸ਼ੀ ਜਿਹੜੀ ਨਾ ਦੱਸਦੇ ਨਹੀਂ। ਲੋਕਾਂ ਦਾ ਤੇ ਉਹ ਅੱਜ ਸਮਾਜ ਦੇ ਲੋਕਾਂ ਦਾ ਉਹ ਹਿਸਾਬ ਹੋ ਗਿਆ ਕਿ ਜਿਹੜੀ ਖੁਸ਼ੀ ਉਹ ਕਹਿੰਦੇ ਅੰਦਰ ਵੜ ਕੇ ਰੱਖੀਏ ਤੇ ਦੁੱਖ ਜਿਹੜਾ ਕੋਠੇ ਚੜ੍ਹ ਕੇ ਦੱਸੀਏ। ਯਾਨੀ ਕਿ ਆਪਣੀ ਖੁਸ਼ੀ ਜਾਂ ਆਪਣਾ ਮਨ ਦੀ ਜਿਹੜੀ ਚੀਜ਼ ਚੱਲਦੀ ਕਿਸੇ ਨਾਲ ਅਸੀਂ ਸਾਂਝ ਨਹੀਂ ਕਰਦੇ, ਕਿਉਂਕਿ ਭਰੋਸਾ ਹੀ ਨਹੀਂ ਹੈਗਾ। ਭਰੋਸਾ ਕਿਉਂ ਨਹੀਂ ਹੈਗਾ? ਕਿਉਂਕਿ ਲੋਕ ਵਫਾਦਾਰ ਨਹੀਂ ਹੈਗੇ। ਦੂਸਰੇ ਪੈਰੇ ਵਿੱਚ ਕਵੀ ਕਹਿ ਰਿਹਾ ਹੈ ਕਿ ਜੰਗਲ ਦੇ ਵਿੱਚ ਰਾਤ ਪਈ ਹੈ, ਜੰਗਲ 'ਚ ਰਾਤ ਪਈ ਹੈ, ਚਾਰ ਚੁਫੇਰੇ ਚੁੱਪ ਹਨੇਰਾ ਭੈ ਦਾ ਪਹਿਰਾ। ਕਿ ਜੰਗਲ ਦੇ ਵਿੱਚ ਚਾਰੋਂ ਤਰਫ ਚੁੱਪ ਹੈ, ਹਨੇਰਾ ਹੈ, ਭੈ ਦਾ ਪਹਿਰਾ ਮਤਲਬ ਹਰ ਵਕਤ ਹਰ ਜਗ੍ਹਾ ਡਰ ਦਾ ਇੱਕ ਖਿਆਲ ਬਣਿਆ ਹੋਇਆ ਕਿ ਹਰ ਵਕਤ ਜੰਗਲ ਦੇ ਵਿੱਚ ਕੋਈ ਵੀ ਰਾਤ ਨੂੰ ਫਸ ਜਾਏਗਾ, ਉਹਦੇ ਵਾਸਤੇ ਉਹਨੂੰ ਹਲਕੀ ਜਿਹੀ ਵੀ ਕੋਈ ਆਵਾਜ਼ ਵੀ ਆਏਗੀ, ਉਹਨੂੰ ਲੱਗੇਗਾ ਪਤਾ ਨਹੀਂ ਕੌਣ ਆ ਗਿਆ, ਉਹਨੂੰ ਡਰ ਲੱਗਦਾ ਰਹੇਗਾ। ਤਰਹਿਕ ਦਿਲਾਂ ਵਿੱਚ, ਕਿ ਦਿਲ ਹਲਕੀ ਜਿਹੀ ਆਵਾਜ਼ ਨਾਲ ਤਰਬਕਦਾ ਪਿਆ ਵਾ, ਦਿਲਾਂ 'ਚ ਇੱਕ ਡਰ ਹੈ ਜੰਗਲ ਦੇ ਵਿੱਚ। ਜਿੰਦਾਂ ਤਰਾਸ ਕਰਦੀਆਂ, ਜਿੰਦਾਂ ਮਤਲਬ ਜਿਹੜੇ ਲੋਕ ਨੇ ਉੱਥੇ ਉਸ ਜੰਗਲ 'ਚ ਫਸੇ ਨੇ ਕਾਫਲੇ ਵਾਲੇ, ਉਹਨਾਂ ਨੂੰ ਜਿੰਦਾ ਕਿਹਾ। ਤਰਾਸ ਮਤਲਬ ਉਹ ਨਾ ਕਰਦੀਆਂ ਪਈ ਕਿ ਕਿਸੇ ਤਰ੍ਹਾਂ ਇਸ ਜੰਗਲ 'ਚੋਂ ਨਿਕਲ ਜਾਈਏ, ਕਿਸੇ ਤਰ੍ਹਾਂ ਬਚ ਕੇ ਨਿਕਲ ਜਾਈਏ। ਡੋਲਣ ਝਿਜਕਣ ਕਦਮ ਭਰਦੀਆਂ, ਕਿ ਉਹ ਡਰਦੇ ਹੋਏ ਅਗਲਾ ਕਦਮ ਅੱਗੇ ਰੱਖਦੇ ਨੇ, ਪੈਰ ਅੱਗੇ ਰੱਖਦੇ ਨੇ, ਕਿਤੇ ਪੈਰ ਥੱਲੇ ਜੰਗਲ 'ਚ ਕੋਈ ਸੱਪ ਨਾ ਆ ਜਾਏ ਵੀ, ਕੋਈ ਜਾਨਵਰ ਨਾ ਆ ਜਾਏ ਵੀ, ਕਿਤੇ ਕੋਈ ਬੰਬ ਹੀ ਨਾ ਪਿਆ ਹੋਏ ਵੀ, ਮਤਲਬ ਉਹ ਡਰ ਕੇ ਅੱਗੇ ਕਦਮ ਭਰਦੀਆਂ ਪਈਆਂ ਨੇ। ਫਨਾਂ ਦੇ ਵਿੱਚ ਜ਼ਹਿਰ ਦੀਆਂ ਪੋਟਲੀਆਂ ਚੁੱਕੀ, ਕਾਲੇ ਫਨੀਅਰ ਨਾਗ ਸ਼ੂਕਦੇ। ਕਿ ਉਹਨਾਂ ਨੂੰ ਸੱਪ ਦੇ ਸ਼ੂਕਣ ਦੀ, ਸੱਪ ਦੀ ਆਵਾਜ਼ ਵੀ ਆ ਰਹੀ, ਜਿਨ੍ਹਾਂ ਦੇ ਜਿਹੜੇ ਕਿ ਬੜੇ ਜ਼ਹਿਰੀਲੇ ਸੱਪ ਨੇ, ਉਹਨਾਂ ਦੀ ਆਵਾਜ਼ਾਂ ਵੀ ਆ ਰਹੀਆਂ ਹਨ। ਸੱਜੇ ਖੱਬੇ ਸ਼ੇਰ ਗਰਜਦੇ, ਭੁੱਖੇ ਕਈ ਬਗਿਆੜ ਹੂਕਦੇ, ਜੰਗਲ ਦੇ ਵਿੱਚ ਰਾਤ ਪਈ। ਕਿ ਸੱਜੇ ਖੱਬੇ ਸ਼ੇਰ ਦੇ ਗਰਜਣ ਦੀ ਆਵਾਜ਼ ਵੀ ਆਉਂਦੀ ਪਈ ਜੰਗਲ 'ਚ, ਭੁੱਖੇ ਕਈ ਬਗਿਆੜਾਂ ਦੀ ਵੀ ਆਵਾਜ਼ ਆਉਂਦੀ ਪਈ, ਅਤੇ ਜਿਹੜੇ ਕਾਫਲੇ ਵਾਲੇ ਉਹ ਡਰਦੇ ਪਏ ਨੇ। ਕਹਿਣ ਤੋਂ ਹੀ ਭਾਵ ਹੈ ਕਿ ਅੱਜ ਦੇ ਸਮੇਂ ਵਿੱਚ ਜਿਹੜਾ ਮਨੁੱਖ ਹੈ ਨਾ, ਉਹਨੂੰ ਡਰ ਹੈ ਕਿ ਕਿਤੇ ਮੈਂ ਆਪਣੇ ਮਨ ਦੀ ਗੱਲ ਦੱਸਦਾ ਕਿਸੇ ਨੂੰ, ਤੇ ਪਤਾ ਨਹੀਂ ਕੋਈ ਮੇਰਾ ਅੱਗੇ ਵਧਣ ਦਾ ਰਸਤਾ ਹੀ ਨਾ ਰੋਕ ਲੇ ਵੀ, ਕੋਈ ਮੇਰੇ ਰਾਹ ਵਿੱਚ ਰੋੜਾ ਹੀ ਨਾ ਬਣ ਕੇ ਅੱਗੇ ਖਲੋ ਜੇ ਵੀ। ਲੋਕੀ ਡਰਦੇ ਨੇ ਕਿ ਅੱਗੇ ਵਧੀਏ, ਕਿਸੇ ਨੂੰ ਦੱਸੀਏ, ਕਿਸੇ ਨਾਲ ਸਾਂਝ ਕਰੀਏ ਨਾ ਕਰੀਏ। ਹੋਰ ਦੁਨੀਆ ਤੇ ਛੱਡੋ, ਲੋਕੀ ਆਪਸ 'ਚ ਨਹੀਂ ਸਾਂਝ ਕਰਦੇ। ਤੇ ਇਹੀ ਸਾਰੀ ਗੱਲ ਨੂੰ ਦਰਸਾਉਣ ਵਾਸਤੇ ਕਵੀ ਨੇ ਜੰਗਲ ਦੇ ਵਿੱਚ ਜਿਹੜੀ ਕਾਫਲੇ ਵਾਲੇ ਫਸੇ ਹਨ ਉਹਨਾਂ ਦੀ ਉਦਾਹਰਨ ਲਈ ਹੈ। ਤੀਸਰੇ ਪੈਰੇ ਵਿੱਚ ਕਵੀ ਕਹਿ ਰਿਹਾ ਹੈ ਕਿ ਠੀਕ ਤਰੱਕੀ ਬਹੁਤ ਹੋ ਰਹੀ, ਫਿਰ ਮਨੁੱਖਤਾ ਖੂਨ ਦੇ ਅਥਰੂ ਕਿਉਂ ਰੋ ਰਹੀ। ਕਿ ਮੰਨਿਆ ਕਿ ਅੱਜ ਸਮਾਜ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ, ਵਿਗਿਆਨਿਕ ਤਰੱਕੀ ਹੋਈ ਹੈ, ਸੱਭਿਅਕ ਤਰੱਕੀ ਹੋਈ ਹੈ, ਪਰ ਫਿਰ ਵੀ ਜਿਹੜਾ ਮਨੁੱਖ ਹੈ
ਉਹ ਦੁਖੀ ਹੋ ਕੇ ਖੂਨ ਦੇ ਅਥਰੂ ਕਿਉਂ ਰੋ ਰਿਹਾ? ਮਤਲਬ ਮਨੁੱਖ ਇੰਨਾ ਪਰੇਸ਼ਾਨ ਕਿਉਂ ਹੈ? ਅੱਜ ਤਰੱਕੀ ਇੰਨੀ ਹੋ ਗਈ, ਇੰਨੀਆਂ ਦਵਾਈਆਂ ਆ ਗਈਆਂ, ਇੰਨੀਆਂ ਇਲਾਜ ਆ ਗਏ, ਫਿਰ ਏਡੇ ਵੱਡੇ ਵੱਡੇ ਨਾਲ ਬਿਮਾਰੀਆਂ ਵੀ ਆਈ ਜਾਂਦੀਆਂ। ਪਹਿਲੇ ਦੇ ਸਮੇਂ ਵਿੱਚ ਲੋਕੀ ਨਾ ਤਾਂ ਇੰਨੇ ਬਿਮਾਰ ਹੁੰਦੇ ਸੀ, ਨਾ ਇੰਨੀਆਂ ਬਿਮਾਰੀਆਂ ਸੀ। ਹੋਰ ਵੀ ਕਈ ਵਿਗਿਆਨਿਕ ਤਰੱਕੀਆਂ ਦੇਖੋ ਤਾਂ ਬਹੁਤ ਹੋ ਗਈਆਂ ਵਾ, ਪੋਲਿਊਸ਼ਨ ਕਿੰਨਾ ਜ਼ਿਆਦਾ ਹੋ ਗਿਆ ਵਾ, ਹਰ ਚੀਜ਼ 'ਚ ਨੁਕਸਾਨ ਹੋ ਰਿਹਾ। ਪਰ ਕਹਿੰਦੇ ਕਿ ਤਰੱਕੀ ਹੋਣ ਦੇ ਬਾਅਦ ਇਨਸਾਨ ਨੂੰ ਖੁਸ਼ ਹੋਣਾ ਚਾਹੀਦਾ ਸੀ, ਲੇਕਿਨ ਮਨੁੱਖ ਉਦਾਸ ਕਿਉਂ ਹੈ? ਮਨੁੱਖ ਪਰੇਸ਼ਾਨ ਕਿਉਂ ਹੈ? ਮੈਂ ਪਹਿਚਾਣਾ ਉન્નਤੀ ਨੇ ਜੋ ਬਾਲ ਜਣੇ ਹਨ। ਕਹਿੰਦਾ ਮੈਂ ਮੰਨਦਾ ਹਾਂ ਸਮਾਜ ਨੇ ਬੜੀ ਤਰੱਕੀ ਕੀਤੀ ਹੈ, ਮੰਨਦਾ ਹਾਂ ਮੈਂ ਜੋ ਸੰਦ ਹਥਿਆਰ ਬਣੇ ਹਨ। ਕਹਿੰਦਾ ਮੈਂ ਮੰਨਦਾ ਹਾਂ ਕਿ ਤਰੱਕੀ, ਵਿਗਿਆਨਿਕ ਤਰੱਕੀ ਹੋਣ ਕਰਕੇ ਕੰਮ ਆਉਣ ਵਾਲੇ ਕਈ ਸੰਦ ਹੁੰਦੇ ਆ, ਜਿਸ ਤਰ੍ਹਾਂ ਕਿ ਜਿਹੜੇ ਚੀਜ਼ਾਂ ਨਾਲ ਤੁਹਾਡਾ ਜੀਵਨ ਹੋਰ ਸੁਖਾਲਾ ਹੋ ਜਾਏ, ਜਿਵੇਂ ਕੱਪੜੇ ਧੋਣ ਵਾਲੀ ਮਸ਼ੀਨ ਬਣ ਗਈ ਹੈ, ਜਿਹਦੀਆਂ ਹੋਰ ਬਹੁਤ ਚੀਜ਼ਾਂ ਨੇ, ਗੱਡੀਆਂ ਨੇ, ਕਾਰਾਂ ਨੇ, ਜਿਨ੍ਹਾਂ ਨਾਲ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਗਈ। ਬਹੁਤ ਸਾਰੀਆਂ ਚੀਜ਼ਾਂ ਬਣੇ ਨੇ, ਬਹੁਤ ਸਾਰੇ ਹਥਿਆਰ ਬਣੇ ਨੇ, ਹਥਿਆਰ ਜਿਵੇਂ ਪਰਮਾਣੂ ਹਥਿਆਰ ਹੋ ਗਏ, ਹੋਰ ਬੜੀ ਚੀਜ਼ਾਂ ਦੇ ਜਿਹੜੇ ਹਥਿਆਰ ਬਣੇ, ਜਿਹੜੇ ਇਨਸਾਨ ਨੂੰ ਤਰੱਕੀ ਵਾਸਤੇ ਜ਼ਰੂਰੀ ਲੱਗਦੇ ਨੇ। ਕਿੱਥੇ ਜਾਣਾ, ਕਿਹੜੀ ਮੰਜ਼ਿਲ, ਕੌਣ ਟਿਕਾਣਾ? ਇੰਨੀ ਤਰੱਕੀ ਕਰਕੇ ਇਨਸਾਨ ਨੇ ਕਿੱਥੇ ਚਲ ਜਾਣਾ ਵਾ? ਕਿਹੜੀ ਮੰਜ਼ਿਲ 'ਤੇ ਪਹੁੰਚਣਾ? ਕੋਈ ਲਿਮਿਟ ਵੀ ਤਾਂ ਹੋਏਗੀ ਨਾ ਕਿ ਤਰੱਕੀ ਦੀ, ਕਿ ਹਾਂ ਇੱਥੋਂ ਤੱਕ ਤਰੱਕੀ ਹੋ ਗਈ ਅਤੇ ਹੁਣ ਆਪਾਂ ਰੁਕ ਜਾਈਏ। ਪਰ ਕਿਸੇ ਨੂੰ ਕੋਈ ਪਤਾ ਨਹੀਂ। ਹਰ ਦੇਸ਼, ਹਰ ਲੋਕ ਵੱਧ ਤੋਂ ਵੱਧ ਅੱਗੇ ਵਧਣ ਤੋਂ ਲੱਗੇ ਨੇ। ਜਿਸ ਤਰ੍ਹਾਂ ਹੁਣ ਕਰੋਨਾ ਆਇਆ ਤਾਂ ਕਰੋਨਾ ਕਹਿ ਦਿੱਤਾ ਕਿ ਚਾਈਨਾ ਨੇ ਵਾਇਰਸ ਛੱਡਿਆ, ਹੁਣ ਹਰ ਦੇਸ਼ ਇੱਕ ਵਾਇਰਸ ਬਣਾਉਣ ਲੱਗ ਪਿਆ ਕਿ ਅਸੀਂ ਵੀ ਵਾਇਰਸ ਵਾਰ ਕਰ ਲਾਂਗੇ। ਕੀ ਕਹਿੰਦੇ ਹੋ, ਚੰਨ ਸੂਰਜ ਤੋਂ ਅੱਗੇ ਕੀ ਕਰਨਾ ਜੇ ਭੇਦ ਦਿਲ ਦਾ ਨਾ ਲੱਗਾ? ਕਹਿੰਦੇ ਵਿਗਿਆਨ ਇੰਨੀ ਤਰੱਕੀ ਕਰ ਰਿਹਾ ਹੈ, ਕਹਿ ਰਿਹਾ ਕਿ ਜਿਹੜਾ ਸੂਰਜ ਹੈ ਉਹ ਚੰਨ ਤੋਂ ਅੱਗੇ ਹੈ, ਜਾਂ ਇਹ ਵਾਲੇ ਪਲੈਨਟ 'ਤੇ ਚਲੇ ਜਾਓ ਤਾਂ ਇੰਝ ਹੋ ਜਾਊਗਾ। ਪਰ ਕੀ ਫਾਇਦਾ ਇੰਨੀ ਤਰੱਕੀਆਂ ਕਰਨ ਦਾ ਜੇ ਨਾਲ ਘਰ ਵਿੱਚ ਤੁਹਾਡੇ ਰਹਿੰਦੇ ਇਨਸਾਨ ਬਾਰੇ ਤੁਹਾਨੂੰ ਉਹਦੇ ਦਿਲ ਦਾ ਭੇਤ ਹੀ ਨਾ ਲੱਗਾ? ਇੰਨੀ ਤਰੱਕੀ ਕਰਨ ਦਾ ਕੀ ਫਾਇਦਾ? ਜਾਂ ਕੋਈ ਮੰਨ ਲਓ ਬਹੁਤ ਵੱਡੀ ਪੋਸਟ 'ਤੇ ਪਹੁੰਚ ਗਿਆ ਵਾ, ਏਡੀ ਵੱਡੀ ਪੋਸਟ 'ਤੇ ਪਹੁੰਚਣ ਦਾ ਕੀ ਫਾਇਦਾ ਜੇ ਘਰ ਵਿੱਚ ਵਸਦੇ ਜਿਹੜੇ ਤੁਹਾਡੇ ਇਨਸਾਨ ਹੈ, ਤੁਹਾਨੂੰ ਉਹਨਾਂ ਦੇ ਦਿਲ ਦਾ ਭੇਤ ਹੀ ਨਾ ਲੱਗਾ ਕਿ ਉਹਨਾਂ ਦੇ ਮਨ 'ਚ ਕੀ ਹੈ? ਤੇ ਐਸੀ ਤਰੱਕੀ ਦਾ ਕੋਈ ਫਾਇਦਾ ਨਹੀਂ। ਚੌਥੇ ਪੈਰੇ 'ਚ ਕਵੀ ਕਹਿ ਰਿਹਾ, ਐਵੇਂ ਨਹੀਂ ਉਪਰਾਮ ਕਾਫਲੇ ਵਾਲੇ, ਕਿ ਜਿਹੜੇ ਕਾਫਲੇ ਵਾਲੇ ਨੇ ਉਹ ਜੰਗਲ 'ਚ ਜਿਹੜੇ ਨੇ ਐਵੇਂ ਨਹੀਂ ਉਦਾਸ। ਮਤਲਬ ਅੱਜ ਦਾ ਇਨਸਾਨ ਜਿਹੜਾ ਐਵੇਂ ਨਹੀਂ ਉਦਾਸ ਹੈ। ਲਾਗੋ ਲੰਘਦੀ, ਨੇੜੇ ਤੋਂ ਮਤਲਬ ਤੁਹਾਡੇ ਨਜ਼ਦੀਕ ਤੋਂ ਲੰਘਦੀ, ਪਿੰਡੇ ਡੰਗਦੀ, ਜਿਹੜੇ ਸਰੀਰ ਨੂੰ ਲੱਗਦੀ ਹੈ। ਜੰਗਲ ਦੇ ਵਿੱਚ ਸੀਤ ਪੌਣ ਵੀ ਜਾਪੇ ਖੂਨ ਪਿਆਸੀ। ਸੀਤ ਪੌਣ ਯਾਨੀ ਕਿ ਠੰਡੀ ਹਵਾ। ਕਹਿੰਦੇ ਕਿ ਜੰਗਲ 'ਚ ਜਿਹੜੇ ਕਾਫਲੇ ਵਾਲੇ ਐਵੇਂ ਨਹੀਂ ਉਦਾਸ ਨੇ, ਉਹਨਾਂ ਨੂੰ ਜੰਗਲੀ ਜਾਨਵਰਾਂ ਦਾ ਡਰ ਤਾਂ ਇੱਕ ਪਾਸੇ ਹੀ, ਉਹਨਾਂ ਨੂੰ ਜਿਹੜੀ ਜੰਗਲ 'ਚ ਠੰਡੀ ਹਵਾ ਉਹਨਾਂ ਦੇ ਸਰੀਰ ਨਾਲ ਛੂਹ ਕੇ ਜਾਂਦੀ ਹੈ ਨਾ, ਉਹ ਵੀ ਹਵਾ ਵੀ ਉਹਨਾਂ ਨੂੰ ਖੂਨ ਦੀ ਪਿਆਸੀ ਲੱਗਦੀ ਵੀ, ਕਿਉਂਕਿ ਜ਼ਿਆਦਾ ਠੰਡ ਵੀ ਤਾਂ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ ਨਾ। ਦੈਤਾਂ ਵਰਗੇ ਬਿਰਛ ਖੜੇ ਹਨ। ਬਿਰਛ ਯਾਨੀ ਕਿ ਦਰਖਤ ਜਿਹੜੇ ਖੜੇ ਹਨ ਰਾਤ ਦੇ ਹਨੇਰੇ ਵਿੱਚ, ਉਹ ਵੀ ਦੈਤਿਆਂ ਵਰਗੇ, ਰਾਖਸ਼ਾਂ ਵਰਗੇ ਲੱਗਦੇ ਹਨ। ਕੁੱਪ ਹਨੇਰੇ ਵਿੱਚ ਜਿਨ੍ਹਾਂ ਦਾ ਝੋਲਾ ਪੈਂਦਾ, ਯਾਨੀ ਕਿ ਜਿਹੜੇ ਦਰਖਤ ਖੜੇ ਨੇ ਉਹ ਦੂਰੋਂ ਇੰਝ ਭੁਲੇਖਾ ਲੱਗਦਾ ਕਿ ਜਿਵੇਂ ਕੋਈ ਰਾਖਸ਼ ਖੜਾ, ਜਿਵੇਂ ਕੋਈ ਜੀਵ ਖੜਿਆ ਹੈ। ਅਜੇ ਤਾਂ ਕੱਕਰ ਹੋਰ ਉਤਰਨਾ, ਕੱਕਰ ਵੈਸੇ ਹੁੰਦਾ ਜਦੋਂ ਠੰਡ ਹੋਰ ਵੱਧਦੀ ਹੈ। ਅਜੇ ਤਾਂ ਕੱਕਰ ਹੋਰ ਉਤਰਨਾ, ਅਜੇ ਤਾਂ ਪਾਲਾ ਹੋਰ ਵਧੇਗਾ, ਯਾਨੀ ਕਿ ਜੰਗਲ ਦੇ ਵਿੱਚ ਹਜੇ ਤਾਂ ਹੋਰ ਠੰਡ ਪਏਗੀ, ਹੋਰ ਜ਼ਿਆਦਾ ਬਰਫ਼ ਹੋਏਗੀ, ਜਿੰਨਾ ਠੰਡ ਜ਼ਿਆਦਾ ਲੱਗੇਗੀ। ਕਹਿਣ ਤੋਂ ਭਾਵ ਇਹ ਹੈ ਕਿ ਅੱਜ ਦਾ ਜਿਹੜਾ ਸਮਾਜ ਹੈ ਇਹਦੇ ਵਿੱਚ ਤਾਂ ਹੋਰ ਜਿਹੜਾ ਕਿ ਕਲਯੁਗ ਆਏਗਾ, ਹੋਰ ਜ਼ਿਆਦਾ ਲੋਕ ਜਿਹੜੇ ਇੱਕ ਦੂਸਰੇ ਤੋਂ ਦੂਰ ਹੁੰਦੇ ਜਾਣਗੇ। ਅੱਜ ਵੀ ਤੁਸੀਂ ਵੇਖੋ ਪਿੰਡਾਂ ਵਿੱਚ ਤੇ ਫਿਰ ਵੀ ਇੱਕ ਦੂਜੇ ਦੇ ਗਵਾਂਢ ਵਿੱਚ ਪਤਾ ਹੋਏਗਾ ਕਿ ਕਿੱਥੇ ਕੌਣ ਜੀ ਗਿਆ, ਮਰ ਗਿਆ। ਲੇਕਿਨ ਵੱਡੇ ਸ਼ਹਿਰਾਂ ਚਲੋ ਤੇ ਗਵਾਂਢ ਵਿੱਚ ਕੋਈ ਮਰ ਵੀ ਜਾਏ, ਕੋਈ ਚੋਰ ਚੱਕਾ ਵੀ ਘਰ ਵਿੱਚ ਆ ਜਾਏ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਗਿਆ। ਤੇ ਕਹਿੰਦੇ ਅਸੀਂ ਤਰੱਕੀ ਕਰਨ ਦਾ ਕੀ ਫਾਇਦਾ ਕਿ ਹਰ ਕੋਈ ਆਪਣੇ ਏਸੀ ਔਨ ਕਰਕੇ ਤੇ ਆਪਣੇ ਆਪਣੇ ਕਮਰਿਆਂ 'ਚ ਬੈਠੇ ਨੇ। ਪਹਿਲਾਂ ਵਰਗਾ ਮਾਹੌਲ ਨਹੀਂ ਕਿ ਸਾਰੇ ਇਕੱਠੇ ਹੋ ਕੇ ਬਹਿਣ, ਦਿਲ ਦੀ ਸਾਂਝ ਕਰ ਸਕਣ। ਅੱਜ ਉਹ ਮਾਹੌਲ ਜਿਹੜਾ ਨਹੀਂ ਮਿਲਦਾ। ਸੋ ਆਖਰੀ ਪੈਰਾ ਇਸ ਕਵਿਤਾ ਦਾ, ਜੰਗਲ ਦੇ ਵਿੱਚ ਰਾਤ ਪਈ ਕਵਿਤਾ ਦਾ। ਕਦੀ ਕਦੀ ਕੋਈ ਨੇਰੇ ਵਿੱਚ ਟਟਹਿਣਾ ਚਮਕੇ। ਟਟਹਿਣਾ ਹੁੰਦਾ ਜਿਹੜਾ ਜੁਗਨੂ ਜਿਹਨੂੰ ਕਹਿੰਦੇ ਨੇ। ਕਹਿੰਦੇ ਜੰਗਲ ਵਾਲਿਆਂ ਨੂੰ ਨਾ ਕਈ ਵਾਰੀ ਲੱਗਦਾ ਹੈ ਕਿ ਦੂਰ ਇੱਕ ਜਿਵੇਂ ਜੁਗਨੂ ਚਮਕ ਰਿਹਾ ਵਾ, ਤਾਂ ਕੋਈ ਚਮਕਦਾ ਤਾਂ ਉਸਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਲੋ ਹੋਵੇਗੀ, ਨਿੱਘ ਮਿਲੇਗਾ। ਕਿ ਜਿਵੇਂ ਦੂਰ ਇੱਕ ਜਿਸ ਤਰ੍ਹਾਂ ਹੁੰਦਾ ਨਾ, ਤੁਸੀਂ ਦੂਰੋਂ ਦੇਖੋ ਤਾਂ ਤੁਹਾਨੂੰ ਕਿਸੇ ਦੇ ਘਰ ਵਿੱਚ ਕੋਈ ਰੌਸ਼ਨੀ ਦਿਖਦੀ ਹੋਵੇ, ਕੋਈ ਬਲਬ ਚੱਲਦਾ ਪਿਆ ਵਾ, ਜਾਂ ਕਿਸੇ ਦੇ ਘਰ ਜਿਹੜਾ ਕਿ ਚੁੱਲ੍ਹਾ ਚੱਲਦਾ ਪਿਆ ਉਹਦੀ ਰੌਸ਼ਨੀ ਆ ਜਾਂਦੀ ਹੈ। ਉਹਨਾਂ ਨੂੰ ਇੰਝ ਲੱਗਦਾ ਕਿ ਜਿਹੜਾ ਜੁਗਨੂ ਨੂੰ ਵੇਖ ਕੇ ਵੀ ਲੱਗਦਾ ਕਿ ਸ਼ਾਇਦ ਅੱਗੇ ਕਿਤੇ ਘਰ ਹੈ, ਲੋਕ ਰਹਿ ਰਹੇ ਹਨ, ਅਤੇ ਉੱਥੇ ਜਾਵਾਂਗੇ ਤਾਂ ਸਾਨੂੰ ਅੱਜ ਜੰਗਲ ਦੀ ਠੰਡ ਤੋਂ ਜਿਹੜਾ ਨਿੱਘ ਮਿਲੇਗਾ। ਸਮਝਣ ਕਈ ਕਾਫਲੇ ਵਾਲੇ, ਕੁਛ ਇੰਝ ਸਮਝਦੇ ਨੇ, ਪਰ ਕੁਛ ਕਾਫਲੇ ਵਾਲੇ ਇਹ ਵੀ ਸਮਝਦੇ ਨੇ ਕਿ ਨਹੀਂ, ਇਹ ਤਾਂ ਜੰਗਲ ਦੇ ਵਿੱਚ ਇੱਕ ਚਮਕਣ ਵਾਲਾ ਟਟਹਿਣਾ ਜਾਂ ਜੁਗਨੂ ਹੈ, ਜਿਹੜਾ ਕਿ ਤੁਹਾਨੂੰ ਕੋਈ ਵੀ ਸਹੂਲਤ ਨਹੀਂ ਦੇ ਸਕਦਾ। ਇਹ ਤਾਂ ਆਪਣੀ ਕਾਮ ਚੇਸ਼ਟਾ ਵਿੱਚ ਭਟਕਦੇ ਜੰਗਲ ਦੇ ਵਿੱਚ ਰਾਤ ਪਈ ਹੈ। ਅਤੇ ਕੁਛ ਇਹ ਲੋਕ ਸਮਝਦੇ ਹਨ ਕਿ ਇਹ ਜਿਹੜੇ ਜੁਗਨੂ ਤਾਂ ਸਿਰਫ ਆਪਣੀ ਕਾਮ ਚੇਸ਼ਟਾ ਦੀ ਪੂਰਤੀ ਲਈ ਚਮਕਦੇ ਫਿਰਦੇ ਹਨ। ਸੋ ਅਜਿਹੀ ਹੀ ਹਾਲਤ ਜਿਹੜੀ ਹੈ ਵਰਤਮਾਨ ਸੰਸਾਰ ਦੀ ਹੈ, ਜੋ ਤਰੱਕੀ ਕਰ ਗਿਆ ਹੈ ਲੇਕਿਨ ਫਿਰ ਵੀ ਜੰਗਲ ਵਰਗੇ ਕੁੱਪ ਹਨੇਰੇ ਵਿੱਚੋਂ ਘਿਰਿਆ ਹੋਇਆ ਹੈ। ਸੋ ਇਹ ਸੀ ਕਵਿਤਾ ਜੰਗਲ ਦੇ ਵਿੱਚ ਰਾਤ ਪਈ ਹੈ। ਸੋ ਜੰਗਲ ਦੇ ਵਿੱਚ ਰਾਤ ਪਈ ਹੈ ਜਿਹੜੀ ਤੁਹਾਨੂੰ ਕਵਿਤਾ ਸਮਝਾ ਦਿੱਤੀ। ਉਮੀਦ ਕਰ ਰਹੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ। ਇਸ ਦੇ ਕੁਝ ਕੁਐਸਚਨ ਨੇ, ਜਿਸ ਤਰ੍ਹਾਂ ਕਿ ਪਹਿਲਾ ਇਹਦੇ 'ਚ ਕੁਐਸਚਨ ਆਉਂਦਾ ਹੈ
ਕਿ ਫਨੀਅਰ ਸ਼ੇਰ ਬਘਿਆੜ, ਫਨੀਅਰ ਸ਼ੇਰ ਤੇ ਬਘਿਆੜ ਕਿਸ ਵੱਖਰੇ ਵੱਖਰੇ ਡਰ ਜਾਂ ਭੈ ਦੇ ਪ੍ਰਤੀਕ ਹਨ। ਜਿਹੜਾ ਫਨੀਅਰ ਹੈ ਉਹ ਦੂਸਰਿਆਂ ਦਾ ਬੁਰਾ ਕਰਨ ਵਾਲੇ ਲੋਕਾਂ ਦਾ ਪ੍ਰਤੀਕ ਹੈ, ਜਿਹੜੇ ਲੋਕ ਦੂਸਰਿਆਂ ਦਾ ਬੁਰਾ ਕਰਦੇ ਨੇ। ਜਿਹੜਾ ਸ਼ੇਰ ਹੈ ਦੂਸਰਿਆਂ ਉੱਤੇ ਜ਼ੁਲਮ ਜ਼ਬਰਦਸਤੀ ਕਰਨ ਵਾਲੇ ਲੋਕਾਂ ਦਾ ਪ੍ਰਤੀਕ ਹੈ, ਤੇ ਜਿਹੜਾ ਬਘਿਆੜ ਹੈ ਦੂਸਰਿਆਂ ਦਾ ਹੱਕ ਮਾਰਨ ਵਾਲੇ ਭੁੱਖੇ ਲੋਕਾਂ ਦਾ ਪ੍ਰਤੀਕ। ਫਨੀਅਰ ਦੂਸਰੇ ਲੋਕਾਂ ਦਾ ਬੁਰਾ ਕਰਨ ਵਾਲਾ, ਸ਼ੇਰ ਦੂਸਰਿਆਂ ਉੱਤੇ ਜ਼ੁਲਮ ਕਰਨ ਵਾਲਾ, ਔਰ ਬਘਿਆੜ ਦੂਜੇ ਲੋਕਾਂ ਦਾ ਹੱਕ ਮਾਰਨ ਵਾਲਾ। ਅਗਲਾ ਕੁਐਸਚਨ ਇੰਪੋਰਟੈਂਟ ਜਿਹੜਾ, ਸੰਦ ਤੇ ਹਥਿਆਰ ਵਿੱਚ ਕੀ ਫਰਕ ਹੈ। ਸੰਦ ਜਿਹੜਾ ਕਿ ਚੀਜ਼ਾਂ ਦੇ ਨਿਰਮਾਣ ਲਈ ਵਰਤਿਆ ਜਾਂਦਾ ਹੈ, ਚੀਜ਼ਾਂ ਨਵੀਆਂ ਚੀਜ਼ਾਂ ਦੀ ਕਾਢ ਵਾਸਤੇ, ਪਰ ਹਥਿਆਰ ਜਿਹੜਾ ਹੁੰਦਾ ਹੈ ਵਿਨਾਸ਼ ਕਰਨ ਵਾਸਤੇ ਵਰਤਿਆ ਜਾਂਦਾ ਹੈ। ਸੋ ਇਹ ਸੀ ਕਵਿਤਾ ਜੰਗਲ ਦੇ ਵਿੱਚ ਰਾਤ ਪਈ ਹੈ। ਜੇ ਕੋਈ ਚੀਜ਼ ਨਹੀਂ ਸਮਝ ਆਈ ਕਮੈਂਟ ਬਾਕਸ ਵਿੱਚ ਲਿਖ ਦਿਓ, ਉਸਨੂੰ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ ਕਿ ਜਲਦੀ ਤੋਂ ਜਲਦੀ ਹੋ ਸਕੇ।